हेलो स्टूडेंट्स, हाउ आर यू? वेलकम टू योर ਲੈਕਚਰ। ਬੇਟਾ ਆਪਾਂ ਅੱਜ ਸਟਾਰਟ ਕਰਾਂਗੇ ਗ੍ਰੀਨ ਹਾਊਸ ਇਫੈਕਟ। ਗ੍ਰੀਨ ਹਾਊਸ ਇਫੈਕਟ, ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ, ਇਹ ਤੁਹਾਡੇ ਸਿਲੇਬਸ 'ਚ ਹੈਗੇ ਆ ਟੌਪਿਕਸ। ਜੇ ਗ੍ਰੀਨ ਹਾਊਸ ਇਫੈਕਟ ਪੜ੍ਹਾਂਗੇ ਤਾਂ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ ਜਿਹੜੀ ਆ ਆਟੋਮੈਟਿਕਲੀ ਨਾਲ ਕਵਰ ਅਪ ਹੋ ਜਾਣੀ ਆ, ਕਿਉਂਕਿ ਤਿੰਨੋਂ ਪ੍ਰੋਸੈਸਿਸ ਰਿਲੇਟਡ ਆ। ਜੇ ਗ੍ਰੀਨ ਹਾਊਸ ਇਫੈਕਟ 'ਚ ਟੈਂਪਰੇਚਰ ਨਾ ਵਧੇ ਗ੍ਰੀਨ ਹਾਊਸ ਗੈਸਿਸ ਕਾਰਨ ਤਾਂ ਕਲਾਈਮੇਟ ਚੇਂਜ ਨਹੀਂ ਹੋਣਾ। ਕਲਾਈਮੇਟ ਚੇਂਜ ਵੀ ਤਾਂ ਹੀ ਹੁੰਦਾ ਆ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਰਾਈਜ਼ ਹੋ ਰਿਹਾ ਆ। ਸੋ ਪਹਿਲਾਂ ਆਪਾਂ ਸਮਝ ਲੈਂਦੇ ਹਾਂ ਕਿ ਗ੍ਰੀਨ ਹਾਊਸ ਇਫੈਕਟ ਕੀ ਹੁੰਦਾ ਆ। ਆਹ ਦੇਖੋ, ਸਨ ਆ, ਸਨ ਦੇ ਕੋਲੋਂ ਬਹੁਤ ਸਾਰੀ ਜਿਹੜੀ ਰੇਡੀਏਸ਼ਨਸ ਆ ਉਹ ਧਰਤੀ 'ਤੇ ਆਉਂਦੀਆਂ ਆ ਸਨ ਤੋਂ, ਔਰ ਕੁਛ ਰੇਡੀਏਸ਼ਨਸ ਜਿਹੜੀ ਆ ਧਰਤੀ ਆਪਣੇ ਵਿੱਚ ਸੋਕ ਲੈਂਦੀ ਆ, ਐਬਜ਼ੋਰਬ ਕਰ ਲੈਂਦੀ ਆ। ਕੁਛ ਰੇਡੀਏਸ਼ਨਸ ਜਿਹੜੀ ਆ ਵਾਪਸ ਐਟਮੋਸਫੇਅਰ 'ਚ ਚਲੇ ਜਾਂਦੇ ਆ। ਫਿਰ ਕੁਛ ਰੇਡੀਏਸ਼ਨਸ ਜਿਹੜੀਆਂ ਆ ਇਨਫਰਾਰੈਡ ਰੇਡੀਏਸ਼ਨਸ, ਜਾਂ ਸਿੱਧੇ ਤੁਸੀਂ ਰੇਡੀਏਸ਼ਨਸ ਵੀ ਲਿਖਤਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਉਹਨਾਂ ਵਿੱਚੋਂ ਵੀ ਜਿਹੜੀ ਧਰਤੀ ਨੇ ਐਬਜ਼ੋਰਬ ਕੀਤੀ ਆ, ਉਹਨਾਂ ਵਿੱਚੋਂ ਵੀ ਕੁਛ ਰੇਡੀਏਸ਼ਨਸ ਜਿਹੜੀਆਂ ਆ ਉਹ ਥੋੜ੍ਹੀਆਂ ਜਿਹੀਆਂ ਫਿਰ ਐਟਮੋਸਫੇਅਰ 'ਚ ਚਲੇ ਜਾਂਦੀਆਂ ਆ, ਅਤੇ ਕੁਛ ਰੇਡੀਏਸ਼ਨਸ ਜਿਹੜੀਆਂ ਆ ਉਹ ਹਰ ਜਗ੍ਹਾ ਹਰ ਡਾਇਰੈਕਸ਼ਨ 'ਚ ਧਰਤੀ ਦੇ ਵਿੱਚ ਫੈਲ ਜਾਂਦੀਆਂ ਆ। ਅਤੇ ਇਹ ਰੇਡੀਏਸ਼ਨਸ ਜਿਹੜੀਆਂ ਆ ਇਹ ਇਨਕਰੀਜ਼ ਕਰਦੀਆਂ ਆ ਟੈਂਪਰੇਚਰ ਆਫ ਦਾ ਅਰਥ, ਕਿਉਂਕਿ ਇੱਥੇ ਗੈਸਿਸ ਵੀ ਨਿਕਲਦੀਆਂ ਆ, ਗੈਸਿਸ ਗ੍ਰੀਨ ਹਾਊਸ ਗੈਸਿਸ ਵੀ ਹੁੰਦੀਆਂ ਆ। ਗ੍ਰੀਨ ਹਾਊਸ ਗੈਸਿਸ ਇਹਨਾਂ ਰੇਡੀਏਸ਼ਨਸ ਨੂੰ ਟਰੈਪ ਕਰ ਲੈਂਦੇ ਆ ਆਪਣੇ ਵਿੱਚ ਲੈ ਕੇ, ਅਤੇ ਬਹੁਤ ਜ਼ਿਆਦਾ ਧਰਤੀ ਨੂੰ ਗਰਮ ਕਰ ਦਿੰਦੀਆਂ ਆ। ਇਹਨੂੰ ਅਸੀਂ ਕਹਿੰਦੇ ਹਾਂ ਗ੍ਰੀਨ ਹਾਊਸ ਇਫੈਕਟ। ਵੈਸੇ ਗ੍ਰੀਨ ਹਾਊਸ ਇਫੈਕਟ ਜਿਹੜਾ ਆ ਕੁਝ ਹੱਦ ਤੱਕ ਸਾਡੇ ਲਈ ਵਧੀਆ ਆ। ਵਿਦਆਊਟ ਅਗਰ ਗ੍ਰੀਨ ਹਾਊਸ ਇਫੈਕਟ ਨਾ ਹੁੰਦਾ ਤਾਂ ਧਰਤੀ ਨੇ, ਜਿਵੇਂ ਮਾਰਸ ਪਲੈਨਟ ਹੈਗਾ ਆ, ਹੋਰ ਪਲੈਨਟਸ ਬਹੁਤ ਠੰਡੇ ਆ, ਇਸ ਤਰ੍ਹਾਂ ਠੰਡੀ ਰਹਿਣਾ ਸੀਗਾ, ਕੂਲਡ ਰਹਿਣਾ ਸੀਗਾ, ਅਤੇ ਲਾਈਫ ਪੋਸੀਬਲ ਨਹੀਂ ਹੋਣੀ ਸੀ। ਸਾਰਾ ਕੁਝ ਫਰੀਜ਼ ਹੋ ਜਾਣਾ ਸੀ, ਜੰਮ ਜਾਣਾ ਸੀ। ਸੋ ਪ੍ਰੋਪਰ ਲਾਈਫ ਜਾਂ ਓਰੀਜਨ ਆਫ ਸਪੀਸ਼ੀਜ਼ ਆਰਗੈਨਿਜ਼ਮਸ ਲਈ ਧਰਤੀ ਦਾ ਗਰਮ ਹੋਣਾ ਵੀ ਜ਼ਰੂਰੀ ਆ। ਔਰ ਉਹਨੂੰ ਕੌਣ ਕਰਦਾ ਆ? ਗ੍ਰੀਨ ਹਾਊਸ ਗੈਸਿਸ। ਕਿਵੇਂ ਕਰਦੇ ਆ? ਬਾਈ ਟਰੈਪਿੰਗ ਇਨਫਰਾਰੈਡ ਰੇਡੀਏਸ਼ਨਸ ਜਾਂ ਸੋਲਰ ਰੇਡੀਏਸ਼ਨਸ ਕਮਿੰਗ ਫਰੋਮ ਦਾ ਸਨ। ਤਾਂ ਇਹ ਤਾਂ ਕੁੱਲ ਮਿਲਾ ਕੇ ਗ੍ਰੀਨ ਹਾਊਸ ਇਫੈਕਟ ਆ, ਔਰ ਇਹ ਵਧੀਆ ਆ, ਇੰਨਾ ਕੁ ਗ੍ਰੀਨ ਹਾਊਸ ਇਫੈਕਟ ਹੋਣਾ ਆ। ਪਰ ਮਿਸਯੂਜ਼ ਜਿੱਥੇ ਹੋ ਜਾਂਦਾ ਆ, ਜਿਵੇਂ ਹੁਣ ਬਹੁਤ ਜ਼ਿਆਦਾ ਵੱਧ ਰਿਹਾ ਆ, ਉਹਦੇ ਨਾਲ ਸਾਡਾ ਮੌਸਮ ਕਲਾਈਮੇਟ ਜਿਹੜਾ ਖ਼ਰਾਬ ਹੋ ਰਿਹਾ ਹੈ। ਕਿ ਬਹੁਤ ਜ਼ਿਆਦਾ ਦੇਖੋ, ਹੁਣ ਸੈਪਟੰਬਰ ਅਕਤੂਬਰ ਆਉਣ ਵਾਲਾ ਹੈ, ਹਾਲੇ ਵੀ ਇੰਨੀ ਗਰਮੀ ਆ। ਮੌਨਸੂਨ ਜਦੋਂ ਆਈ ਸੀਗੀ ਬਾਰਿਸ਼, ਉਦੋਂ ਵੀ ਮੀਂਹ ਨਹੀਂ ਪਿਆ ਹੈਗਾ, ਤਾਂ ਇਹ ਡਿਊ ਟੂ ਕਲਾਈਮੇਟ ਚੇਂਜ ਆ। ਗਲੇਸ਼ੀਅਰਸ ਜਿਹੜੇ ਬਰਫੀਲੇ ਪਹਾੜ ਆ ਸਾਰੇ ਪਿਘਲ ਗਏ, ਤਾਂ ਇਹ ਇਫੈਕਟ ਆ ਗ੍ਰੀਨ ਹਾਊਸ ਗੈਸਿਸ ਦਾ। ਹੁਣ ਜਿਵੇਂ ਜਿੱਦਾਂ 0.3% ਜਾਂ 0.03% ਕਾਰਬਨ ਡਾਈਆਕਸਾਈਡ ਜਿਹੜੀ ਆ, ਉਨੀ ਤਾਂ ਸਾਡੇ ਲਈ, ਧਰਤੀ ਲਈ, ਸਭ ਲਈ ਬਹੁਤ ਅੱਛੀ ਆ। ਪਰ ਜਦੋਂ ਜਿੱਦਾਂ ਹੁਣ ਅਸੀਂ ਫਰਿੱਜ ਯੂਜ਼ ਕਰਦੇ ਹਾਂ, AC ਯੂਜ਼ ਕਰਦੇ ਹਾਂ, ਇੰਨੇ ਵਹੀਕਲਸ ਗੱਡੀਆਂ ਚੱਲਦੀਆਂ ਆ, ਤਾਂ ਇਹਨਾਂ ਨਾਲ ਜਦੋਂ ਕੰਸਨਟ੍ਰੇਸ਼ਨ CO2 ਦਾ ਜ਼ਿਆਦਾ ਵੱਧ ਗਿਆ 0.03 ਨਾਲੋਂ, ਫਿਰ ਉਹਨੇ ਧਰਤੀ ਨੂੰ ਬਹੁਤ ਜ਼ਿਆਦਾ ਗਰਮ ਕਰਨਾ ਸ਼ੁਰੂ ਕੀਤਾ, ਜਿਹਦੇ ਨਾਲ ਕਲਾਈਮੇਟ ਚੇਂਜ ਹੋਈ ਆ। ਸੋ ਜੇ ਤੁਹਾਨੂੰ ਕੁਐਸਚਨ ਪੁੱਛਿਆ ਕਿ ਗ੍ਰੀਨ ਹਾਊਸ ਇਫੈਕਟ ਤੁਹਾਡੇ ਲਈ ਅੱਛਾ ਆ ਕਿ ਨਹੀਂ, ਤਾਂ ਤੁਸੀਂ ਕਹਿਣਾ ਹੈ ਕਿ ਕੁਛ ਹੱਦ ਤੱਕ 0.03% ਤੱਕ ਜਾਂ ਕੰਸਨਟ੍ਰੇਸ਼ਨ ਤੱਕ ਤਾਂ ਠੀਕ ਹੈ। ਐਕਸੈਸ ਜਿਹੜਾ ਆ ਡਿਊ ਟੂ ਹਿਊਮਨ ਐਕਟੀਵਿਟੀਜ਼ ਉਹ ਖਤਰਨਾਕ ਆ, ਉਹਦੇ ਕਾਰਨ ਕਲਾਈਮੇਟ ਚੇਂਜ ਹੋ ਰਿਹਾ ਹੈ। ਅਦਰਵਾਈਜ਼ ਗ੍ਰੀਨ ਹਾਊਸ ਇਫੈਕਟ ਕਾਰਨ ਪਹਿਲਾਂ ਕਲਾਈਮੇਟ ਚੇਂਜ ਨਹੀਂ ਸੀਗਾ। ਤੁਸੀਂ ਦੇਖਿਆ ਨਾ ਆਪਣੇ ਦਾਦਾ ਜੀ ਦੇ ਟਾਈਮ ਜਾਂ ਪੜਦਾਦਾ ਜੀ ਦੇ ਟਾਈਮ, ਸਾਰਾ ਕੁਛ ਐਟਮੋਸਫੇਅਰ ਜਿਹੜਾ ਵਧੀਆ ਸੀਗਾ। ਫਿਰ ਹੁਣ ਬੇਟਾ ਗ੍ਰੀਨ ਹਾਊਸ ਇਫੈਕਟ ਤੁਹਾਨੂੰ ਸਮਝ ਤਾਂ ਆਈ ਗਿਆ ਹੋਵੇਗਾ, ਉੱਪਰ ਡਾਇਗਰਾਮ 'ਚ ਬਹੁਤ ਅੱਛਾ ਦਿੱਤਾ ਹੋਇਆ ਆ। ਗ੍ਰੀਨ ਹਾਊਸ ਇਫੈਕਟ ਜਿਹੜਾ ਆ ਇਹ ਦੋ ਤਰ੍ਹਾਂ ਦਾ ਹੁੰਦਾ ਆ। ਇੱਕ ਹੁੰਦਾ ਆ ਮੈਨ ਮੇਡ, ਔਰ ਦੂਸਰਾ ਹੈਗਾ ਨੈਚੁਰਲ। ਨੈਚੁਰਲ ਅਸੀਂ ਉੱਪਰ ਪੜ੍ਹ ਹੀ ਲਿਆ ਕਿ ਸੂਰਜ ਤੋਂ ਕਿਰਨਾਂ ਆਉਂਦੀਆਂ ਆ। ਮੈਨ ਮੇਡ ਵੀ ਤੁਹਾਨੂੰ ਪਤਾ ਹੈ, ਜਿਹੜੇ ਖੇਤੀਬਾੜੀ ਕਰਦੇ ਆ ਕਿ ਉਹਨਾਂ ਨੇ ਇੱਕ ਇੱਦਾਂ ਕੱਚ ਦਾ ਘਰ ਜਿਹਾ ਬਣਾਇਆ ਹੁੰਦਾ ਆ, ਉਹਦੇ ਵਿੱਚ ਚਾਹੇ ਥੱਲੇ ਪੌਦੇ, ਨਰਸਰੀ 'ਚ ਵਿਜ਼ਿਟ ਕਰਿਓ, ਉੱਪਰ ਉਹਦੀ ਛੱਤ ਇੱਦਾਂ ਬਣਾਈ ਹੁੰਦੀ ਆ ਸਲੋਪ ਵਾਲੀ, ਅਤੇ ਸਾਰੇ ਜਗ੍ਹਾ ਗ੍ਰੀਨ
ਚਾਦਰ ਜਿਹੀ ਦਿੱਤੀ ਹੁੰਦੀ ਆ, ਤਾਂ ਉਹ ਗ੍ਰੀਨ ਹਾਊਸ ਚੈਂਬਰ ਬਣਾਇਆ ਹੁੰਦਾ, ਉਹਦੇ ਅੰਦਰ ਪੌਦੇ ਲਗਾਉਂਦੇ ਆ। ਅਤੇ ਜੇ ਤੁਸੀਂ ਅੰਦਰ ਵੜ ਕੇ ਦੇਖੋਗੇ ਤਾਂ ਬਾਹਰ ਨਾਲੋਂ ਜ਼ਿਆਦਾ ਟੈਂਪਰੇਚਰ ਅੰਦਰ ਹੁੰਦਾ, ਕਿਉਂਕਿ ਜਿਹੜੀਆਂ ਰੇਡੀਏਸ਼ਨਸ ਆਉਂਦੀਆਂ ਆ ਕੁਛ ਚਲੋ ਵਾਪਸ ਚਲੇ ਜਾਂਦੀਆਂ ਐਟਮੋਸਫੇਅਰ 'ਚ, ਪਰ ਉਹ ਗ੍ਰੀਨ ਹਾਊਸ ਜਿਹੜਾ ਚੈਂਬਰ ਹੈ ਉਹ ਜ਼ਿਆਦਾ ਆਪਣੇ 'ਚ ਐਬਜ਼ੋਰਬ ਕਰਕੇ ਰੱਖਦਾ ਆ ਹੀਟ, ਤਾਂ ਕਰਕੇ ਅੰਦਰ ਜਿਹੜਾ ਆ ਉੱਥੇ ਦਾ ਟੈਂਪਰੇਚਰ ਜ਼ਿਆਦਾ ਹੁੰਦਾ ਆ। ਇਸ ਕਰਕੇ ਹੋਰ ਜਿਵੇਂ ਹੁਣ ਗ੍ਰੀਨ ਹਾਊਸ ਇਫੈਕਟ ਹੁੰਦਾ ਕਾਹਦੇ ਕਾਰਨ ਆ, ਬਰਨਿੰਗ ਵਗੈਰਾ, ਇਹ ਵੀ ਗੈਸਿਸ ਨੂੰ ਜਾਂ ਤਾਪਮਾਨ ਨੂੰ ਵਧਾ ਦਿੰਦੀਆਂ ਆ। ਦੈਨ ਅਸੀਂ ਪੜ੍ਹਨਾ ਆ ਕਿ ਨੈਚੁਰਲ ਗ੍ਰੀਨ ਹਾਊਸ ਇਫੈਕਟ ਕੀ ਆ। ਨੈਚੁਰਲ ਤਾਂ ਹੁਣ ਵੈਸੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ। ਨੈਚੁਰਲ ਗ੍ਰੀਨ ਹਾਊਸ ਇਫੈਕਟ ਜਿਹੜਾ ਆ ਉਹ ਹੀਟ ਐਨਰਜੀ ਜਿਹੜੀ ਸਨ ਤੋਂ ਆਉਂਦੀ ਆ ਉਹ ਤੋਂ ਬਣਦਾ ਆ। ਗ੍ਰੀਨ ਹਾਊਸ ਗੈਸਿਸ ਜਿਹੜੀਆਂ ਨੈਚੁਰਲੀ ਪ੍ਰੈਜ਼ੈਂਟ ਹੁੰਦੀਆਂ ਐਟਮੋਸਫੇਅਰ 'ਚ, ਕਾਰਬਨ ਡਾਈਆਕਸਾਈਡ, ਮੀਥੇਨ, ਥੋੜ੍ਹਾ ਜਿਹਾ ਅੱਗੇ ਅਸੀਂ ਪੜ੍ਹਨਾ ਆ। ਸਨਲਾਈਟ ਐਟਮੋਸਫੇਅਰ ਤੋਂ ਅਰਥ ਦੇ ਵਿੱਚ ਵੜਦੀ ਆ ਅਤੇ ਵਾਰਮ ਕਰਦੀ ਆ। ਸਾਈਕਲ ਇਹ ਕੰਟੀਨਿਊ ਹੁੰਦਾ ਆ ਥਰੂ ਦਾ ਐਟਮੋਸਫੇਅਰ ਐਜ਼ ਦਾ ਗੈਸਿਸ absorb energy of same time while ਇਹ ਲੈਫਟ ਓਵਰ ਗੋ ਸਪੇਸ, ਮਤਲਬ ਕੁਛ ਚਲੇ ਜਾਂਦੀ ਆ, ਕੁਛ ਤੁਹਾਨੂੰ ਇਹ ਵਾਲਾ ਪੁਆਇੰਟ ਇੱਥੋਂ ਨਹੀਂ ਲਿਖਣਾ ਤਾਂ ਤੁਸੀਂ ਆਪਣੀ ਭਾਸ਼ਾ 'ਚ ਪਹਿਲੇ ਵਾਲੇ ਡਾਇਗਰਾਮ ਤੋਂ ਐਕਸਪਲੇਨ ਕਰ ਸਕਦੇ ਹਾਂ। ਫਿਰ ਕੁਝ ਸਨ ਐਨਰਜੀ ਟਰੈਪਡ ਹੋ ਜਾਂਦੀ ਹੈ ਅਰਥ ਦੇ ਵਿੱਚ, ਮੇਕ ਇਟ ਵਾਰਮਰ ਐਂਡ ਕੰਫਰਟੇਬਲ। ਤਾਂ ਜੇ ਵਾਰਮਰ ਨਾ ਹੋਵੇ ਧਰਤੀ ਤਾਂ ਫਿਰ ਜੰਮੀਓ ਹੋਣੀ ਸੀ। ਇਸ ਕਰਕੇ ਆਹ ਪੁਆਇੰਟ ਜਿਹੜਾ ਮਾਇਨੇ ਰਖਾਉਂਦਾ ਆ ਕਿ ਵਾਰਮ ਹੋਣਾ ਧਰਤੀ ਦਾ ਜ਼ਰੂਰੀ ਸੀਗਾ, ਹੈ ਨਾ। ਫਿਰ ਮੈਨ ਮੇਡ ਇਫੈਕਟ। ਮੈਨ ਮੇਡ ਤਾਂ ਵੀ ਤੁਹਾਨੂੰ ਮੈਂ ਹੁਣੇ ਹੀ ਦੱਸਿਆ ਕਿ ਗ੍ਰੀਨ ਹਾਊਸ ਆਪਾਂ ਚੈਂਬਰ ਬਣਾਉਂਦੇ ਹਾਂ, ਉਹਦੇ ਵਿੱਚ ਉੱਪਰ ਗ੍ਰੀਨ ਚਾਦਰ ਪਾਈ ਹੁੰਦੀ ਹੈ, ਜਿਹਦੇ ਕਾਰਨ ਜਿਹੜੀਆਂ ਰੇਡੀਏਸ਼ਨਸ ਟਰੈਪ ਹੁੰਦੀਆਂ ਆ ਉਹ ਅੰਦਰ ਦਾ ਟੈਂਪਰੇਚਰ, ਤਾਪਮਾਨ ਵਧਾ ਦਿੰਦੇ ਆ, ਹੈ ਨਾ। ਇਹ ਹੋ ਗਿਆ ਮੈਨ ਮੇਡ ਇਫੈਕਟ। ਹੁਣ ਇਹ ਨਾਲ ਤੁਸੀਂ ਇੱਕ ਅੱਧਾ ਰੀਜ਼ਨ ਲਿਖ ਦੇਣਾ ਆ ਕਿ ਕਿਉਂ ਮੈਨ ਮੇਡ ਹੁੰਦਾ ਆ। ਹਿਊਮਨ ਐਕਟੀਵਿਟੀਜ਼ ਕਾਰਨ ਆਪਾਂ ਲੱਕੜੀ ਜਲਾਉਂਦੇ ਹਾਂ, ਕੋਲਾ ਜਲਾਉਂਦੇ ਹਾਂ, ਹੈ ਨਾ। ਫਿਰ ਕੌਜ਼ਸ ਗ੍ਰੀਨ ਹਾਊਸ ਇਫੈਕਟ ਦੇ ਕੀ ਕੌਜ਼ਸ ਆ। ਹੁਣ ਮੇਨ ਕੌਜ਼ ਤਾਂ ਵੈਸੇ ਇਹ ਵੀ ਬਹੁਤ ਜਨਰਲ ਜਿਹਾ ਟੌਪਿਕ ਆ, ਰੋਜ਼ ਤੁਸੀਂ ਨਿਊਜ਼ਪੇਪਰ ਵਗੈਰਾ 'ਚ ਪੜ੍ਹਦੇ ਆ, ਤੁਸੀਂ ਵੈਸੇ ਆਪ ਵੀ ਕਰ ਲੈਣਾ ਸੀਗਾ। ਹੁਣ ਕੌਜ਼ਸ ਇਹਦੇ ਹੈਗੇ ਆ ਕਿ ਜਿਵੇਂ ਪਹਿਲਾਂ ਆਪਾਂ ਦੱਸਿਆ ਜੰਗਲਾਂ ਦੀ ਕਟਾਈ, ਡੀਫੋਰੈਸਟ੍ਰੇਸ਼ਨ ਅਸੀਂ ਕਰਤਾ ਹੈਗਾ ਇੰਨਾ। ਡੀਫੋਰੈਸਟ੍ਰੇਸ਼ਨ ਦੇ ਕਾਰਨ ਕੀ ਕਾਰਬਨ ਡਾਈਆਕਸਾਈਡ ਦਾ ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਵਧੀ ਜਾ ਰਿਹਾ ਆ ਐਟਮੋਸਫੇਅਰ ਦੇ ਵਿੱਚ, ਕਿਉਂਕਿ ਪਲਾਂਟਸ ਹੀ ਕਾਰਬਨ ਡਾਈਆਕਸਾਈਡ ਲੈਂਦੇ ਆ ਅਤੇ ਆਕਸੀਜਨ ਦਿੰਦੇ ਆ। ਹੁਣ ਜੇ ਕਾਰਬਨ ਡਾਈਆਕਸਾਈਡ ਵਧੂਗੀ ਤਾਂ ਆਟੋਮੈਟਿਕਲੀ ਆਕਸੀਜਨ ਘਟੂਗੀ, ਹੈ ਨਾ। ਸਾਨੂੰ ਸਾਰਿਆਂ ਨੂੰ ਪ੍ਰੋਬਲਮ ਹੋਏਗੀ। ਹੁਣ ਡੀਫੋਰੈਸਟੇਸ਼ਨ ਜੇ ਹੋਇਆ ਤਾਂ ਉਹਦੇ ਨਾਲ ਸੋਇਲ ਇਰੋਜ਼ਨ ਵੀ ਹੋ ਜਾਂਦੀ ਹੈ, ਕਿਉਂਕਿ ਦਰੱਖਤ ਹੀ ਵੱਢ 'ਤੇ ਅਸੀਂ, ਹੜ੍ਹ ਆ ਜਾਂਦੇ ਆ, ਪਾਣੀ ਦਾ ਬਹਾਵ ਹੋ ਜਾਂਦਾ ਆ। ਜੇ ਫੋਰੈਸਟ ਹੀ ਕੱਟ 'ਤੇ ਤਾਂ ਪਲਾਂਟਸ ਹੀ ਫੋਟੋਸਿੰਥਸਿਸ ਕਰਦੇ ਆ, ਆਪਣਾ ਭੋਜਨ ਆਪ ਬਣਾਉਂਦੇ ਆ, ਤਾਂ ਫੋਟੋਸਿੰਥਸਿਸ ਪ੍ਰੋਪਰ ਨਹੀਂ ਹੋਣਾ ਹੈਗਾ, ਜਿਹਦੇ ਕਾਰਨ ਜਿਨ੍ਹਾਂ ਨੂੰ ਪਲਾਂਟਸ ਖਾਂਦੇ ਆ ਜਿਵੇਂ ਹਰਬੀਵੋਰਸ, ਉਹਨਾਂ ਦੀ ਡੈਥ ਹੋਊਗੀ। ਹਰਬੀਵੋਰਸ ਦੀ ਡੈਥ ਹੋਈ ਤਾਂ ਕਾਰਨੀਵੋਰਸ ਦੀ ਡੈਥ ਹੋਊਗੀ, ਕਾਰਨੀਵੋਰਸ ਮਰੇ ਤਾਂ ਟੌਪ ਕਾਰਨੀਵੋਰਸ ਮਰੂਗੇ। ਤਾਂ ਤੁਸੀਂ ਕੁੱਲ ਮਿਲਾ ਕੇ ਇੱਦਾਂ ਗੱਲਾਂ ਅੱਗੇ ਤੋਂ ਅੱਗੇ ਜੋੜੀ ਜਾਣੀਆਂ ਚੇਨ, ਕਿ ਫੂਡ ਚੇਨ ਡਿਸਟਰਬ ਹੋ ਸਕਦੀ ਹੈ ਇਹਨਾਂ ਸਾਰਿਆਂ ਨਾਲ, ਹੈ ਨਾ। ਉਹ ਗ੍ਰੀਨ ਹਾਊਸ ਗੈਸਿਸ ਕਿਹੜੀਆਂ ਕਿਹੜੀਆਂ, ਨਾਈਟਰਸ ਆਕਸਾਈਡ, ਕਾਰਬਨ ਡਾਈਆਕਸਾਈਡ, ਮੀਥੇਨ, ਓਜ਼ੋਨ, ਵਾਟਰ ਵੇਪਰ। ਤਾਂ ਇਹ ਸਾਰੇ ਜਿਹੜੇ ਆ ਕੌਜ਼ਸ ਆਫ ਗ੍ਰੀਨ ਹਾਊਸ ਆ। ਅਦਰ ਕੌਜ਼ਸ ਜਿਹੜੇ ਹੈਗੇ ਆ ਗ੍ਰੀਨ ਹਾਊਸ ਇਹਦੇ ਲਈ ਹੈਗੇ ਆ। ਮੈਨ ਮੇਡ ਵੀ ਕਈ ਕੌਜ਼ਸ ਹੈਗੇ ਆ, ਜਿਵੇਂ ਹੁਣ ਆਪਾਂ ਬਲਬਸ ਇਹ ਵਾਲੇ ਜਲਾਉਂਦੇ ਹਾਂ, ਗੈਸ ਯੂਜ਼ ਕਰਦੇ ਹਾਂ, ਰੈਫਰੀਜਰੇਟਰਸ ਯੂਜ਼ ਕਰਦੇ ਹਾਂ, ਹੈ ਨਾ। ਉਹ ਤੋਂ CFC ਨਿਕਲਦੀ ਆ, ਉਹ ਵੀ ਇੱਕ ਖਤਰਨਾਕ ਆ। ਇੰਡਸਟਰੀਜ਼ 'ਚ ਇੰਨਾ ਧੂੰਆਂ ਨਿਕਲਦਾ ਆ। ਫਾਇਰ ਐਕਸਟਿੰਗੁਇਸ਼ਰ, ਇਲੈਕਟ੍ਰੋਨਿਕ ਇੰਡਸਟਰੀ ਇੰਨੀ ਬਣੀ ਹੋਈ ਆ। ਦੈਨ ਜਿਹੜੇ ਕੋਲ ਆਪਾਂ ਯੂਜ਼ ਕਰਦੇ ਹਾਂ,
है ना। फिर आह ਪੈਟਰੋਲੀਅਮ, ਡੀਜ਼ਲ, ਤਾਂ ਇਹ ਸਾਰੇ ਜਿਹੜੇ ਅਲਟੀਮੇਟਲੀ ਇੰਨੇ ਵਾਹੀਕਲਸ ਯੂਜ਼ ਕਰਦੇ ਹਾਂ। ਵਾਹੀਕਲਸ ਵੀ ਤੋਂ ਕਾਰਬਨ ਮੋਨੋਆਕਸਾਈਡ, SO2 ਇਹਨਾਂ ਤੋਂ ਨਿਕਲਦੀ ਆ, ਸਲਫਰ ਡਾਈਆਕਸਾਈਡ, ਤਾਂ ਉਹ ਵੀ ਸਾਡੇ ਲਈ ਖਤਰਨਾਕ ਆ। ਅਲਟੀਮੇਟਲੀ ਇਹ ਸਾਰੇ ਲੀਡ ਕਰਦੇ ਆ ਟੂ ਗ੍ਰੀਨ ਹਾਊਸ ਇਫੈਕਟ, ਹੈ ਨਾ। ਇਹਨਾਂ ਨੇ ਤਾਪਮਾਨ ਹੀ ਵਧਾਉਣਾ ਆ, ਪੋਲਿਊਸ਼ਨ ਕਰਨੀ ਆ ਅਰਥ 'ਤੇ। ਹਾਊ ਡਜ਼ ਗ੍ਰੀਨ ਹਾਊਸ ਇਫੈਕਟ ਵਰਕਸ। ਹੁਣ ਗ੍ਰੀਨ ਹਾਊਸ ਇਫੈਕਟ ਜਿਹੜਾ ਆ ਉਹ ਐਕਚੁਅਲੀ ਕੀ ਆ, ਵੈਸੇ ਤਾਂ ਗ੍ਰੀਨ ਹਾਊਸ ਪਹਿਲਾਂ ਬਣਾਉਂਦੇ ਸੀਗੇ, ਉੱਥੇ ਪਲਾਂਟਸ ਰੱਖਦੇ ਸੀਗੇ ਤਾਂ ਕਿ ਉਹ ਪਲਾਂਟਸ ਨੂੰ ਵਾਰਮ ਕੰਡੀਸ਼ਨਸ ਮਿਲਣ ਅਤੇ ਉਹ ਗਰੋ ਹੋਣ। ਪਰ ਹੌਲੀ ਹੌਲੀ ਅਸੀਂ ਇੰਨੇ ਕੁ ਆਪਣੇ ਕਹਿ ਲਓ ਕਿ ਫਾਇਦਿਆਂ ਲਈ ਇੰਨੇ ਕੁ ਅਸੀਂ ਇਕੁਇਪਮੈਂਟਸ, ਇੰਨੀਆਂ ਕੁ ਚੀਜ਼ਾਂ ਬਣਾ ਲਈਆਂ ਹਨ, ਅਤੇ ਉਹਦੇ ਨਾਲ ਕੀ ਹੋਇਆ ਕਿ ਗ੍ਰੀਨ ਹਾਊਸ ਜਿਹੜਾ ਆ ਗ੍ਰੀਨ ਹਾਊਸ ਗੈਸਿਸ ਦਾ ਐਮਿਸ਼ਨ ਪ੍ਰੋਡਕਸ਼ਨ ਜ਼ਿਆਦਾ ਹੋ ਗਿਆ, ਅਤੇ ਜਿਹਦੇ ਨਾਲ ਧਰਤੀ 'ਤੇ ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ ਹੋਇਆ। ਹੁਣ ਗ੍ਰੀਨ ਹਾਊਸ ਕਿੱਦਾਂ ਕੰਮ ਕਰਦਾ ਆ, ਇਹ ਪ੍ਰੋਸੈਸ ਹੁੰਦਾ ਆ ਜਿੱਦਾਂ ਸੂਰਜ ਦੀ ਕਿਰਨਾਂ ਧਰਤੀ ਨੂੰ ਗਰਮ ਰੱਖਦੀਆਂ ਆ, ਉਸੇ ਤਰ੍ਹਾਂ ਜਿਹੜਾ ਆਪਾਂ ਮੈਨ ਮੇਡ ਗ੍ਰੀਨ ਹਾਊਸ ਬਣਾਉਂਦੇ ਆ ਉਹ ਅੰਦਰ ਗ੍ਰੀਨ ਹਾਊਸ ਦੇ ਧਰਤੀ ਨੂੰ ਗਰਮ ਰੱਖਦਾ ਆ। ਵਿਜ਼ੀਬਲ ਲਾਈਟ ਐਂਟਰ ਹੁੰਦੀ ਆ ਅਤੇ ਟੋਪ ਆਫ ਦਾ ਅਰਥਸ ਐਟਮੋਸਫੇਅਰ ਕੁਝ ਸਕੈਟਰਡ ਹੋ ਜਾਂਦੀ ਆ ਬਾਈ ਏਅਰ ਮੋਲੀਕਿਊਲਸ, ਅਤੇ ਮੋਸਟ ਆਫ ਇਟ ਇਜ਼ ਰਿਫਲੈਕਟਡ ਬੈਕ ਇਨਟੂ ਦਾ ਸਪੇਸ, ਕਿ ਕੁਛ ਐਬਜ਼ੋਰਬ ਕਰ ਲੈਣੀ ਆ, ਕੁਛ ਸਪੇਸ 'ਚ ਵਾਪਸ ਚਲ ਜਾਣੀ ਆ। ਜਦੋਂ ਸਨ ਰੇ ਅਰਥ 'ਤੇ ਆਉਂਦੀ ਆ, 70% ਜਿਹੜੀ ਐਨਰਜੀ ਆ ਉਹ ਸਟੇਸ ਔਨ ਦਾ ਪਲੈਨਟ, ਐਬਜ਼ੋਰਬ ਬਾਈ ਲੈਂਡ, oceans, plants, other things, and other 30% reflect back into the outer space by clouds. ਫਿਰ 70% does not stay on earth। ਉਹ 'ਚੋਂ ਵੀ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜੀ ਉਹਨੇ ਐਬਜ਼ੋਰਬ ਕੀਤੀ ਹੁੰਦੀ ਆ ਉਹਦੇ ਵਿੱਚੋਂ ਵੀ ਥੋੜ੍ਹੀ ਵਾਪਸ ਚਲ ਜਾਂਦੀ ਹੈ, ਥੋੜ੍ਹੀ ਹਰ ਡਾਇਰੈਕਸ਼ਨ 'ਚ ਖਿੱਲਰ ਜਾਂਦੀ ਆ, ਹਰ ਮੋਲੀਕਿਊਲ ਕੋਲ ਚਲ ਜਾਂਦੀ ਆ ਜਾਂ ਚੀਜ਼ਾਂ ਕੋਲ ਚਲ ਜਾਂਦੀ ਆ। ਕੁਛ ਪਰਸੈਂਟ ਜਿਹੜੀ ਰਹਿੰਦੀ ਆ ਉਹੀ ਧਰਤੀ 'ਚ ਸਮਾ ਕੇ ਧਰਤੀ ਦਾ ਤਾਪਮਾਨ ਜਿਹੜਾ ਧਰਤੀ ਨੂੰ ਗਰਮ ਰੱਖਦੀਆਂ ਜਾਂ ਤਾਪਮਾਨ ਵਧਾ ਦਿੰਦੀਆਂ ਆ। ਇਸ ਟੌਪਿਕ 'ਚ ਬਸ 4 ਗੱਲਾਂ ਯਾਦ ਰੱਖਣੀਆਂ ਆ, ਬਾਕੀ ਤਾਂ ਚੀਜ਼ਾਂ ਰਿਪੀਟ ਹੋਈ ਜਾਣੀਆਂ ਆ। ਤੁਹਾਡਾ ਆਪਣਾ ਦਿਮਾਗ ਕੰਮ ਕਰਨਾ ਚਾਹੀਦਾ ਆ ਕਿ ਤੁਸੀਂ ਆਨਸਰ ਨੂੰ ਕਿੱਦਾਂ ਵਧਾਉਣਾ। ਵੈਸੇ ਤਾਂ ਡਾਇਰੈਕਟ ਕੁਐਸਚਨ ਹੀ ਆਉਣਾ ਆ ਗ੍ਰੀਨ ਹਾਊਸ ਇਫੈਕਟ ਕੀ ਹੁੰਦਾ ਆ। ਆਹ ਡਾਇਗਰਾਮ, ਫਸਟ ਡਾਇਗਰਾਮ ਮੈਂ ਦਿੱਤਾ ਆ, ਉਹਦੇ ਵਿੱਚੋਂ ਜ਼ਿਆਦਾ ਅੱਛੇ ਤਰੀਕੇ ਨਾਲ ਤੁਸੀਂ ਕਰ ਲਿਓ। ਫਿਰ ਗ੍ਰੀਨ ਹਾਊਸ ਗੈਸਿਸ ਹੁਣੇ ਹੀ ਆਪਾਂ ਨਾਮ ਪੜ੍ਹੇ ਸੀ, ਵਾਟਰ ਵੇਪਰ, ਕਾਰਬਨ ਡਾਈਆਕਸਾਈਡ, ਮੀਥੇਨ, ਓਜ਼ੋਨ, ਨਾਈਟਰਸ ਆਕਸਾਈਡ, ਇਹ ਸਾਰੇ ਗ੍ਰੀਨ ਹਾਊਸ ਗੈਸਿਸ ਆ। ਥੋੜ੍ਹਾ ਜਿਹਾ ਮੈਂ ਡਿਸਕ੍ਰਿਪਸ਼ਨ ਦੱਸਤਾ। ਵਾਟਰ ਵੇਪਰ ਪ੍ਰੋਡਿਊਸ ਬਾਏ ਸਨਸ, ਹੀਟ ਐਮਿਸ਼ਨ, ਦੇਖਿਆ ਨਾ ਪੱਤੀਆਂ ਦੇ ਉੱਪਰ ਜਦੋਂ ਹਲਕਾ ਜਿਹਾ, ਜਿੱਦਾਂ ਹੁਣ ਤੁਸੀਂ ਪਤੀਲੇ 'ਚ ਪਾਣੀ ਉਬਾਲਦੇ ਆ, ਢੱਕਣ ਦੇ ਦਿਓ ਤਾਂ ਉੱਪਰ ਸਟੀਮ ਬਣੀ ਹੁੰਦੀ ਆ, ਉਹ ਉੱਦਾਂ ਦੇ ਵਾਟਰ ਵੇਪਰਸ ਹੁੰਦੇ ਆ। 4% ਏਅਰ ਦਾ ਵਾਟਰ ਵੇਪਰਸ ਹੁੰਦੇ ਆ। 2/3 ਆਫ ਗ੍ਰੀਨ ਹਾਊਸ ਇਫੈਕਟ ਇਹ ਕਰਦੇ ਆ। ਹਾਇਰ ਟੈਂਪਰੇਚਰ ਮੋਰ ਵਾਟਰ ਵੇਪਰ। ਫਿਰ ਕਾਰਬਨ ਡਾਈਆਕਸਾਈਡ, ਹੈ ਨਾ, ਸਭ ਤੋਂ ਇੰਪੋਰਟੈਂਟ ਜਿਹੜੀ ਗੈਸ ਆ ਗ੍ਰੀਨ ਹਾਊਸ, ਉਹ ਕਾਰਬਨ ਡਾਈਆਕਸਾਈਡ ਆ, ਜਿਹੜੀ ਧਰਤੀ ਨੂੰ ਚਾਹੀਦੀ ਆ, ਗਰਮ ਰੱਖਦੀ ਆ। ਅਤੇ ਇਹ ਮੈਨ ਵੀ ਬਣਾਉਂਦਾ ਆ ਔਰ ਨੈਚੁਰਲੀ ਵੀ ਪ੍ਰੋਡਿਊਸਡ ਹੁੰਦੀ ਆ। ਨੈਚੁਰਲੀ ਤਾਂ ਪਲਾਂਟਸ ਤੋਂ ਨਿਕਲਦੀ ਆ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ, ਲੇਕਿਨ ਫੋਟੋਸਿੰਥਸਿਸ, ਪ੍ਰਕਾਸ਼ ਸੰਸ਼ਲੇਸ਼ਣ ਪ੍ਰੋਸੈਸ ਹੁੰਦਾ ਆ, ਹੈ ਨਾ। ਲੇਕਿਨ ਜਿਹੜੇ ਮੈਨ ਮੇਡ ਆ ਉਹ ਫਰਿੱਜਾਂ ਵਗੈਰਾ ਤੋਂ, AC ਤੋਂ ਨਿਕਲਦੇ ਆ। ਕਾਰਬਨ ਕੰਪਾਊਂਡ ਹੀ ਹੁੰਦਾ CFC ਵਗੈਰਾ 'ਚ ਵੀ। ਇਹ ਅਕਾਊਂਟਸ ਫॉर 385 ppm ਯੂਨਿਟ ਆ, ਪਾਰਟਸ ਪਰ ਮਿਲੀਅਨ। ਇਹ ਜੇ ਤੁਹਾਨੂੰ 1 ਮਾਰਕ 'ਚ ਪੁੱਛ ਲਿਆ। 385 ppm ਐਟਮੋਸਫੇਅਰ ਦਾ ਕਾਰਬਨ ਡਾਈਆਕਸਾਈਡ ਹੁੰਦੀ ਆ, ਮੀਨਸ ਇੰਨੀ ਘੱਟ ਆ, ਮਿਲੀਅਨ ਦਾ ਇੱਕ ਪਾਰਟ। Responsible for about 25% of natural greenhouse effect on earth. Carbon sinks help remove CO2 emission from the air. ozone ਤੁਹਾਨੂੰ ਪਤਾ ਹੀ ਆ, naturally ਇਹ ਬਣਦੀ ਆ। ਇਹ creates layer protecting the earth from sun's high energy ultraviolet radiation.
ਹੁਣ ਓਜ਼ੋਨ ਦੀ ਪਰਤ ਜਿਹੜੀ ਆ ਉਹ ਸਾਨੂੰ ਅਲਟਰਾ ਵਾਇਲਟ ਰੇਡੀਏਸ਼ਨਸ ਤੋਂ ਬਚਾਉਂਦੀ ਹੈ, ਨਹੀਂ ਤਾਂ ਕੈਂਸਰ ਹੋ ਜਾਵੇ। ਐਕਟਸ ਐਸ ਅ ਗ੍ਰੀਨ ਹਾਊਸ ਗੈਸ ਇਨ ਦਾ ਟ੍ਰੋਪੋਸਫੀਅਰ। ਫਿਰ ਨਾਈਟਰਸ ਆਕਸਾਈਡ, ਇਹ ਵੀ ਨੈਚੁਰਲੀ ਤੇ ਬੰਦੇ ਵੀ ਪ੍ਰੋਡਿਊਸ ਕਰ ਸਕਦੇ ਆ। ਲੋ ਡੈਂਸਿਟੀ ਐਟਮੋਸਫੇਅਰ 'ਚ ਘੱਟ ਕੁਆਂਟਿਟੀ 'ਚ ਪ੍ਰੈਜ਼ੈਂਟ ਹੁੰਦੀ ਆ। 300 ਟਾਈਮਸ ਇਹ ਜ਼ਿਆਦਾ ਇਫੈਕਟਿਵ ਆ ਦੈਨ CO2, ਮਤਲਬ ਇੰਨਾ ਅਸਰ ਕਰ ਦਿੰਦੀ ਹੈ ਧਰਤੀ 'ਤੇ। ਫਿਰ ਗਲੋਬਲ ਵਾਰਮਿੰਗ ਦਾ ਜਾਂ ਗ੍ਰੀਨ ਹਾਊਸ ਇਫੈਕਟ ਦਾ ਸੀ ਲੈਵਲਸ 'ਤੇ ਵੀ ਇਫੈਕਟ ਹੁੰਦਾ। ਮੈਂ ਤੁਹਾਨੂੰ ਦੱਸਿਆ ਸੀ ਕਿ ਜਿੰਨੇ ਵੀ ਬਰਫੀਲੇ ਪਹਾੜ ਆ ਉਹ ਪਿਘਲ ਗਏ ਆ, ਅਤੇ ਉਹਦੇ ਨਾਲ ਓਬਵੀਅਸ ਆ ਬਰਫ਼ ਪਿਘਲੀ ਤਾਂ ਪਾਣੀ ਦਾ ਲੈਵਲ ਰਾਈਸ ਹੋਇਆ। ਜੇ ਪਾਣੀ ਦਾ ਲੈਵਲ ਰਾਈਸ ਹੋਇਆ ਤਾਂ ਜਿੱਥੇ ਜਿੱਥੇ ਵੀ ਪਾਣੀ ਗਿਆ ਉੱਥੇ ਉੱਥੇ ਜਿਹੜੇ ਮੱਛੀਆਂ, ਕਰੋਕੋਡਾਈਲ, ਹੋ ਸਕਦਾ ਹੈ ਕਿ ਉਹ ਜ਼ਿਆਦਾ ਪਾਣੀ 'ਚ ਵੀ ਨਾ ਰਹਿ ਸਕਣ, ਤਾਂ ਕੋਈ ਪਲਾਂਟਸ ਮਰੇ ਹੀ ਹੋਣਗੇ, ਤਾਂ ਉਹਦੇ ਨਾਲ ਘਰ ਖਰਾਬ ਹੋਇਆ, ਹੈਬੀਟੈਟ ਖਰਾਬ ਹੋਇਆ ਸੀ ਐਨੀਮਲਸ ਦਾ ਜਾਂ ਸੀ ਪਲਾਂਟਸ ਦਾ। ਫਲੱਡ ਆ ਗਏ, ਹੈ ਨਾ। ਫਿਰ ਇਹਦਾ ਇਫੈਕਟ ਫਾਰਮਿੰਗ 'ਤੇ ਵੀ ਹੁੰਦਾ ਆ। ਬਹੁਤ ਜ਼ਿਆਦਾ ਟੈਂਪਰੇਚਰ ਵੱਧ ਗਿਆ ਤਾਂ ਸੋਕਾ ਪੈ ਜਾਂਦਾ ਆ, ਓਨਾ ਪਾਣੀ ਨਾ ਮਿਲੇ ਤਾਂ ਵੀ ਫਸਲਾਂ ਖਰਾਬ ਹੋ ਜਾਂਦੀਆਂ ਆ। ਯੀਲਡ ਘੱਟ ਹੋ ਸਕਦੀ ਆ ਹਾਈ ਟੈਂਪਰੇਚਰ 'ਤੇ। ਅਤੇ ਅੱਜ ਕੱਲ੍ਹ ਹੁਣ ਟੈਂਪਰੇਚਰ ਵਧੀ ਜਾ ਰਿਹਾ ਆ, ਜਿਹਦੇ ਨਾਲ ਜ਼ਿਆਦਾ ਨੁਕਸਾਨ ਹੋ ਰਿਹਾ ਆ ਧਰਤੀ ਨੂੰ ਵੀ, ਹੈ ਨਾ। ਡਰੌਟ ਕੰਡੀਸ਼ਨਸ। ਫਿਰ ਵਾਟਰ 'ਤੇ ਵੀ ਇਫੈਕਟ ਪੈ ਰਿਹਾ ਆ, ਅਤੇ ਵੈਦਰ 'ਤੇ ਵੀ। ਵੈਦਰ ਮਤਲਬ ਮੌਸਮ ਦਾ ਤਾਂ ਤੁਸੀਂ ਰੋਜ਼ ਦੇਖਦੇ, ਮੈਨੂੰ ਦੱਸਣ ਦੀ ਲੋੜ ਹੀ ਨਹੀਂ। ਹੁਣ ਬਰਸਾਤਾਂ 'ਚ ਵੀ ਮੀਂਹ ਨਹੀਂ ਪਿਆ ਹੈਗਾ, ਜੇ ਮੀਂਹ ਆਇਆ ਹੀ ਆਇਆ ਤਾਂ ਨਾਲ ਗੜੇ ਆ ਗਏ, ਜਾਂ ਇੱਕਦਮ ਹੀ 4 ਘੰਟੇ ਪੈ ਕੇ ਮੁੜ ਕੇ ਫਿਰ ਕਿੰਨੇ ਦਿਨ ਪਿਆ ਨਹੀਂ। ਸੋ ਇਹ ਪ੍ਰੋਪਰ ਰੇਨਫਾਲ ਨਹੀਂ ਹੋਈ ਹੈਗੀ, ਜਿਵੇਂ ਇਸ ਵਾਰ ਅੰਦਾਜ਼ਾ ਵੀ ਲਾਇਆ ਸੀ ਕਿ ਸਾਰਾ ਕੁਝ ਸ਼ਟ ਡਾਊਨ ਸੀਗਾ, ਲੋਕਡਾਊਨ ਸੀਗਾ, ਅਤੇ ਪੋਲਿਊਸ਼ਨ ਨਹੀਂ ਸੀ, ਕਿ ਮੀਂਹ ਜ਼ਿਆਦਾ ਆਏਗਾ, ਮੌਸਮ ਵਿਗਿਆਨੀਆਂ ਨੇ ਕਿਹਾ ਸੀ, ਪਰ ਆਇਆ ਨਹੀਂ ਹੈਗਾ। ਅਤੇ ਵਾਟਰ ਤਾਂ ਪਤਾ ਹੀ ਹੈ, ਕੰਟੀਨਿਊਸ all over the world, countries all over the world will be affected. Britain, Southeast will have a high risk of drought. ਹੁਣ ਗ੍ਰੀਨ ਹਾਊਸ ਇਫੈਕਟ ਦਾ ਇਕੱਲੇ ਇੰਡੀਆ ਨੂੰ ਨਹੀਂ ਫਰਕ ਹੈਗਾ, ਸਾਰੇ ਕੰਟਰੀਜ਼ ਜਿੱਥੇ ਜਿੱਥੇ ਵੀ ਗ੍ਰੀਨ ਹਾਊਸ ਗੈਸਿਸ, ਕਿਉਂਕਿ ਮਸ਼ੀਨਰੀ ਹਰ ਜਗ੍ਹਾ ਆ, CFC ਵਗੈਰਾ ਹਰ ਜਗ੍ਹਾ ਆ, ਹੈ ਸਾਰੀ ਜਗ੍ਹਾ ਇਫੈਕਟ ਜਾਂ ਪ੍ਰੋਡਿਊਸ ਹੋ ਰਿਹਾ। ਪਰ ਇਹ ਆ ਕਿ ਉਹ ਥੋੜ੍ਹੀਆਂ ਜਿਹੀਆਂ ਡੈਵਲਪਡ ਕੰਟਰੀਜ਼ ਆ, ਕੈਨੇਡਾ, ਅਮੈਰੀਕਾ, ਤਾਂ ਉਹਨਾਂ ਨੇ ਕੰਟਰੋਲ ਮੇਜਰਸ ਜਲਦੀ ਅਡੋਪਟ ਕਰ ਲਏ ਆ, ਜ਼ਿਆਦਾ ਅਡੋਪਟ ਕਰ ਲਏ ਆ। ਅਸੀਂ ਥੋੜ੍ਹੇ ਓਨੇ ਲੈਵਲ ਤੱਕ ਨਹੀਂ ਪਹੁੰਚ ਸਕੇ। ਫਿਰ ਹੁਣ ਬੰਦਿਆਂ 'ਤੇ ਔਰ ਐਨੀਮਲਸ 'ਤੇ ਤਾਂ ਤੁਹਾਨੂੰ ਇਫੈਕਟ ਪਤਾ ਹੀ ਆ। ਬੰਦੇ ਬਿਮਾਰ ਹੁੰਦੇ ਆ, ਜ਼ਿਆਦਾ ਟੈਂਪਰੇਚਰ ਵੱਧ ਜਾਏ, ਹੈ ਨਾ। ਕੋਈ ਵੀ BP ਵੱਧ ਰਿਹਾ ਆ, ਸਾਹ ਦੀ ਪ੍ਰੋਬਲਮ ਆ, ਜੋ ਮਰਜ਼ੀ ਲਿਖੀ ਜਾਏ। ਅਤੇ ਆਹ ਦਿੱਲੀ 'ਚ ਜਦੋਂ ਧੂੰਆਂ ਹੁੰਦਾ ਆ ਗਰਮੀਆਂ ਵੇਲੇ, ਕਿੰਨੀ ਰੈਸਪੀਰੇਟਰੀ ਪ੍ਰੋਬਲਮਸ ਹੁੰਦੀਆਂ ਆ। ਫਿਰ ਕਈ ਐਨੀਮਲਸ ਦੇ ਘਰ ਖ਼ਤਮ ਹੋ ਗਏ ਆ, ਹੋਮ ਡਿਸਟਰੋਏ ਹੋ ਗਏ ਆ। ਸੋ ਇੱਦਾਂ ਦੇ ਇਫੈਕਟਸ ਹੈਗੇ ਆ। ਫਿਰ ਕਿਵੇਂ ਐਨੀਮਲਸ 'ਤੇ ਤਾਂ ਤੁਹਾਨੂੰ ਪਤਾ ਹੀ ਆ ਕੀ ਇਫੈਕਟਸ ਹੈਗੇ ਆ। ਦੈਨ ਹਾਊ ਟੂ ਪ੍ਰੀਵੈਂਟ ਗ੍ਰੀਨ ਹਾਊਸ ਇਫੈਕਟ। ਪਹਿਲਾਂ ਮੈਨ ਮੇਡ ਗ੍ਰੀਨ ਹਾਊਸ ਇਫੈਕਟ ਨੂੰ ਕਿੱਦਾਂ ਪ੍ਰੀਵੈਂਟ ਕਰ ਸਕਦੇ ਹਾਂ, ਜਿਵੇਂ ਰੀਯੂਸ। ਇਹ ਬੇਟਾ ਵੈਰੀ ਵੈਰੀ ਇੰਪੋਰਟੈਂਟ ਆ। ਇਸ ਵਾਰ ਕੁਐਸਚਨ 'ਚ ਹੁਣ ਆਇਆ ਸੀਗਾ, ਕੁਐਸਚਨ ਪੇਪਰ 'ਚ, ਮੈਂ ਤੁਹਾਨੂੰ ਕੁਐਸਚਨ ਪੇਪਰ ਭੇਜ ਦੂੰਗੀ। 3R, ਰੀਯੂਸ, ਰਿਡਿਊਸ, ਰੀਸਾਈਕਲ। ਮਤਲਬ ਉੱਦਾਂ ਦੇ ਪ੍ਰੋਡਕਟਸ ਯੂਜ਼ ਕਰੋ, ਪੋਲੀਥੀਨ ਵਗੈਰਾ, ਕਿ ਜਿਹਨੂੰ ਤੁਸੀਂ ਰੀਯੂਜ਼ ਕਰ ਸਕੋ, ਰੀਸਾਈਕਲ ਕਰ ਸਕੋ, ਘੱਟ ਜਿਹਦੀ ਪ੍ਰੋਡਕਸ਼ਨ ਕੱਟ ਸਕੋ। ਹੁਣ ਪੋਲੀਥੀਨ ਦੇ ਅਗੇਂਸਟ ਤੁਹਾਨੂੰ ਪਤਾ ਹੀ ਹੈ ਕਿ ਜੂਟ ਦੇ ਥੈਲੇ, ਝੋਲੇ ਯੂਜ਼ ਕਰੋ, ਹੈ ਨਾ। ਟੂਥਪੇਸਟ ਔਨ ਟੂਥਬ੍ਰਸ਼, ਟਰਨਿੰਗ ਇਟ ਬੈਕ ਵੈਨ ਯੂ ਨੀਡ ਇਟ। ਹੁਣ ਬਿਜਲੀ ਦੇ ਉਪਕਰਨ ਤੁਸੀਂ ਜਿੱਦਾਂ ਪੱਖੇ, ਲਾਈਟਾਂ, TV, ਇਹ ਨਹੀਂ ਕਿ ਸਾਰਾ ਦਿਨ ਚੱਲਦਾ ਰਹੇ, ਬੰਦ ਕਰ ਦਿਓ ਟਾਈਮ 'ਤੇ। ਜੇ ਤੁਸੀਂ ਜਦ ਤੱਕ ਠੰਡੇ ਪਾਣੀ ਨਾਲ, ਚੱਲਦੇ ਪਾਣੀ ਨਾਲ ਨਹਾ ਸਕਦੇ ਆ, ਨਹਾਵੋ। ਫਿਰ ਹੀਟਰ ਜ਼ਿਆਦਾ ਭਰ ਠੰਡ 'ਚ ਯੂਜ਼ ਕਰੋ, ਉਹ ਵੀ ਥੋੜ੍ਹੀ ਦੇਰ ਯੂਜ਼ ਕਰੋ। ਇੱਦਾਂ ਅਸੀਂ ਜੇ ਇਲੈਕਟ੍ਰੀਸਿਟੀ ਸੇਵ ਕਰਾਂਗੇ, ਦੋਨੋਂ ਤੁਹਾਡੇ ਚੀਜ਼ਾਂ ਹੋ ਜਾਣਗੀਆਂ ਕਿ ਗ੍ਰੀਨ ਹਾਊਸ ਇਫੈਕਟ ਵੀ ਘੱਟ ਜਾਊਗਾ ਔਰ ਖਰਚਾ ਵੀ ਘੱਟ ਆਊਗਾ, ਹੈ ਨਾ। ਉਪਕਰਨ ਘੱਟ ਯੂਜ਼ ਹੋਣਗੇ। ਤਾਂ ਇਹ ਵੇਸਟ ਟੂ ਰਿਡਿਊਸ ਮੈਂ ਦੱਸ ਹੀ ਦਿੱਤੇ ਆ। ਜਿਹੜੇ ਨੋਰਮਲ ਬਲਬਸ ਆ, ਟਿਊਬਲਾਈਟਸ ਆ, ਇਹਨਾਂ ਨਾਲੋਂ ਤੁਸੀਂ CFL ਬਲਬਸ ਯੂਜ਼ ਕਰ ਲਓ।
ਸਾਈਕਲ 'ਤੇ ਜਾਓ ਜਾਂ ਪਬਲਿਕ ਟਰਾਂਸਪੋਰਟ ਟ੍ਰੇਨਾਂ ਬੱਸਿਸ ਯੂਜ਼ ਕਰ ਲਓ। ਜੇ ਚਲਾਣੀ ਵੀ ਆ ਤਾਂ ਜਿੱਥੇ ਰੈੱਡ ਲਾਈਟ ਵਗੈਰਾ ਹੁੰਦੀ ਆ ਉੱਥੇ ਬੰਦ ਕਰ ਲਓ ਤਾਂ ਕਿ ਪੈਟਰੋਲ ਨਾ ਖਰਚ ਹੋਵੇ। ਹੁਣ ਅਲਟੀਮੇਟਲੀ ਕੀ ਹੈ, ਪੋਲਿਊਸ਼ਨ ਕਰਦੇ ਆ, ਪੋਲਿਊਸ਼ਨ ਨਾਲ ਗ੍ਰੀਨ ਹਾਊਸ ਗੈਸਿਸ ਡਿਵੈਲਪ ਹੁੰਦੀਆਂ। ਗ੍ਰੀਨ ਹਾਊਸ ਗੈਸਿਸ ਜਿਹੜੀਆਂ ਉਹ ਕਲਾਈਮੇਟ ਚੇਂਜ ਕਰਦੀਆਂ ਆ। ਫੈਕਟਰੀ 'ਚ ਫਿਲਟਰਸ ਵਗੈਰਾ ਲੱਗੇ ਹੋਣੇ ਚਾਹੀਦੇ ਆ। ਜ਼ਿਆਦਾ ਤੋਂ ਜ਼ਿਆਦਾ ਦਰਖਤ ਲਗਾਓ। ਮੇਨ ਥਿੰਗ ਇਜ਼ ਟਰੀਜ਼ ਪਲਾਂਟੇਸ਼ਨ ਨਾ। ਉਹ ਵਹੀਕਲਸ ਆਪਾਂ ਘੱਟ ਯੂਜ਼ ਕਰੀਏ। ਜਿੱਦਾਂ ਕੇਜਰੀਵਾਲ ਨੇ ਔਡ ਈਵਨ ਫਾਰਮੂਲਾ ਦਿੱਲੀ 'ਚ ਯੂਜ਼ ਕੀਤਾ ਸੀ ਕਿ ਇੱਕ ਦਿਨ ਈਵਨ ਚੱਲਣਗੀਆਂ ਗੱਡੀਆਂ ਨੰਬਰ ਵਾਲੀਆਂ, ਇੱਕ ਦਿਨ ਔਡ ਨੰਬਰ ਵਾਲੀਆਂ। ਉਹ ਵੀ ਅੱਛੀ ਗੱਲ ਆ। ਸਟ੍ਰਿਕਟ ਲਾਜ਼ ਬਣਾਉਣੇ ਚਾਹੀਦੇ ਆ ਪੋਲਿਊਸ਼ਨ ਦੇ ਅਗੇਂਸਟ। ਰੈਲੀਆਂ, ਕੈਂਪੇਨ ਮਤਲਬ ਰੈਲੀਆਂ, ਐਸੇ ਕੰਪੀਟੀਸ਼ਨ ਜਿੱਦਾਂ ਆਪਾਂ ਕਰਾਈ ਦੇ ਆ। ਦੈਨ ਪ੍ਰਚਾਰ ਕਰਨਾ ਚਾਹੀਦਾ ਆ, ਐਡਸ ਕਰਨੀਆਂ ਚਾਹੀਦੀਆਂ ਆ, ਸੈਮੀਨਾਰ, ਲੈਕਚਰਸ। ਆ ਤਾਂ ਉਹੀ ਆ, ਰਿਡਿਊਸ ਵੇਸਟ, ਸੇਵ ਐਨਰਜੀ, ਸੋਲਰ ਐਨਰਜੀ ਯੂਜ਼ ਕਰ ਲਓ, ਹੈ ਨਾ। ਟਰੈਵਲ ਗ੍ਰੀਨ ਮਤਲਬ ਸਾਈਕਲ, ਈ ਰਿਕਸ਼ਾ, ਕਲੀਨ ਐਨਰਜੀ, CFL ਬਲਬ, ਅਤੇ ਟਰੀਜ਼ ਲਗਾਓ ਜ਼ਿਆਦਾ। ਇਹਦੇ ਵਿੱਚ ਵੀ ਉਹੀ ਸ਼ੋਅ ਕੀਤਾ ਆ। ਇਹ ਪਿਕਚਰਸ ਦੇਖ ਕੇ ਬੱਚਿਆਂ ਵਾਲੀਆਂ ਜਰਾ ਜ਼ਿਆਦਾ ਈਜ਼ੀਲੀ ਤੁਸੀਂ ਦਿਮਾਗ ਨਾਲ ਵੀ ਲਿਖ ਸਕਦੇ ਹੋ, ਰਟਣ ਦੀ ਲੋੜ ਨਹੀਂ ਹੈਗੀ। ਸੋ ਇਹ ਮੈਥਡਸ ਆ ਟੂ ਪ੍ਰੀਵੈਂਟ ਗ੍ਰੀਨ ਹਾਊਸ ਇਫੈਕਟ। ਜਦੋਂ ਬੇਟਾ ਹੁਣ ਗ੍ਰੀਨ ਹਾਊਸ ਇਫੈਕਟ ਪੜ੍ਹ ਲਿਆ ਤਾਂ ਇਹੀ ਚੀਜ਼ਾਂ ਤੁਸੀਂ ਗਲੋਬਲ ਵਾਰਮਿੰਗ 'ਚ ਪੜ੍ਹਨੀਆਂ ਆ। ਤਾਂ ਉਹ ਮੈਂ ਤੁਹਾਨੂੰ ਪੜ੍ਹਾਉਂਗੀ ਨਹੀਂ, ਜਸਟ ਇੱਦਾਂ ਦੀ 1-2 ਪਿਕਚਰਸ ਭੇਜ ਦੂੰਗੀ, ਉਹ ਤੋਂ ਤੁਸੀਂ ਆਪੇ ਹੀ ਕਰ ਲਿਓ। ਫਿਰ ਆਪਾਂ ਜਿਹੜਾ ਨੈਕਸਟ ਟੌਪਿਕ ਦੇਖ ਲਾਂਗੇ, ਉਹਦੇ ਨਾਲ ਇੱਕ ਯੂਨਿਟ ਤੁਹਾਡਾ ਖ਼ਤਮ ਹੋ ਜਾਣਾ ਆ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਜ਼ਰੂਰੀ ਨਹੀਂ ਇਹੀ ਤੁਸੀਂ ਲਰਨ ਕਰਨਾ ਆ। ਕੋਈ ਬੁੱਕ ਲੈ ਲਿਓ ਈਜ਼ੀ, ਜਾਂ ਨੈੱਟ ਤੋਂ ਪੜ੍ਹਨਾ। ਮੈਂ ਵੀ ਵੈਸੇ ਥੋੜ੍ਹਾ ਬਹੁਤਾ ਪਿਕਚਰਸ ਨੈੱਟ ਤੋਂ ਹੀ ਕੱਢੀਆਂ ਆ, ਅਤੇ ਤੁਸੀਂ ਦੇਖ ਲਿਓ ਜਿੱਦਾਂ ਵੀ ਤੁਹਾਨੂੰ ਕਨਵੀਨ। ਇਹੀ ਵੀ ਯਾਦ ਕਰ ਲੂੰਗੇ ਤਾਂ ਇਹ ਵੀ ਬਹੁਤ ਆ, ਇਹ 'ਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਓਕੇ ਬੇਟਾ, ਗੁੱਡ ਬਾਏ।